ਵਾਹਿਗੁਰੂ 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 ਵਾਹਿਗੁਰੂ। ਤਿੰਨਾਂ ਗੁਣਾਂ ਵਿੱਚ ਹੋ ਕੇ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੈ, ਤਿੰਨਾਂ ਕਾਲਾਂ ਵਿੱਚ ਹੋ ਕੇ ਵੀ ਉਹ ਕਾਲ ਅਤੀਤ ਹੈ, ਤਿੰਨਾਂ ਅਵਸਥਾਵਾਂ ਵਿੱਚ ਹੋ ਕੇ ਵੀ ਉਹ ਸਾਰੀਆਂ ਅਵਸਥਾਵਾਂ ਤੋਂ ਅਤੀਤ ਹੈ। ਉਹ ਹੈ ਇੱਕ ਓਂਕਾਰ, ਉਹਦਾ ਸਰਗੁਣ ਰੂਪ ਹੈ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਆਓ ਜੋ ਲੜੀਵਾਰ ਵਿਚਾਰ ਪਾਵਨ ਬਾਣੀ ਸ੍ਰੀ ਅਨੰਦ ਸਾਹਿਬ ਜੀ ਕੀ ਚੱਲ ਰਹੀ ਹੈ। ਹੁਣ ਤੱਕ 28 ਪੌੜੀਆਂ ਦੀ ਵਿਚਾਰ ਹੋਈ ਹੈ। 29ਵੀਂ ਪੌੜੀ ਤੋਂ ਵਿਚਾਰ ਆਰੰਭ ਕਰਾਂਗੇ। ਪਹਿਲਾਂ ਮੂਲ ਪਾਠ, ਫਿਰ ਜੈਸੀ ਜੈਸੀ ਮੇਰੇ ਗੁਰਦੇਵ ਕਿਰਪਾ ਕਰਨਗੇ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਏਕੋ ਜੇਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜਮਿਆ ਪਰਵਾਰ ਭਲਾ ਪਾਇਆ। ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਗੁਰ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਇਸ ਪਾਵਨ ਪੌੜੀ ਵਿੱਚ ਪਿਛਲੇ ਪ੍ਰਸੰਗ ਨੂੰ ਹੀ 28ਵੀਂ ਪੌੜੀ ਦੇ ਪ੍ਰਸੰਗ ਨੂੰ ਲੈ ਕੇ ਗੁਰਦੇਵ ਅੱਗੇ ਚਲਦੇ ਹਨ। ਪਹਿਲੇ ਦੱਸਿਆ ਸੀ, ਮਾਇਆ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਏ। ਮਨੋ ਕਿਉ ਵਿਸਾਰੀਏ ਏਵਟ ਦਾਤਾ ਜੇ ਅਗਨ ਮੇ ਆਹਾਰ ਪਹੁੰਚਾਵੇ। ਕਿ ਜਿਹੜਾ ਮਾਂ ਦੀ ਕੁੱਖ ਵਿੱਚ ਕਿਤਨੀ ਭਿਆਨਕ ਗਰਮੀ ਹੁੰਦੀ ਹੈ, ਜਠਰ ਅਗਨੀ ਜਿਸ ਨੂੰ ਕਹਿੰਦੇ ਆ। ਆਪਣੇ ਸਰੀਰ ਦਾ ਟੈਂਪਰੇਚਰ ਤੁਸੀਂ ਦੇਖੋ, 17.5 97 ਨਾਰਮਲ ਗਿਣਿਆ ਜਾਂਦਾ ਹੈ। ਅਤੇ ਇਤਨਾ ਟੈਂਪਰੇਚਰ ਕਿਤੇ ਬਾਹਰ ਹੋ ਜਾਏ ਤਾਂ ਫਿਰ ਕੀ ਹਾਲਤ ਹੁੰਦੀ। ਔਰ ਉਹਦੇ ਵਿੱਚ ਵੀ ਬੱਚਾ ਉਲਟਾ ਲਟਕਿਆ ਹੈ, ਉਹਦੀ ਪ੍ਰਤਪਾਲਨਾ ਕਰ ਰਹੇ ਹਨ। ਉਸੇ ਪ੍ਰਸੰਗ ਨੂੰ ਲੈ ਕੇ ਗੁਰਦੇਵ ਅੱਗੇ ਚੱਲ ਰਹੇ ਹਨ। ਕਹਿੰਦੇ ਨੇ ਜਿਸ ਤਰ੍ਹਾਂ ਅੰਦਰ ਅਗਨੀ ਹੈ, ਜੈਸੀ ਅਗਨ ਉਦਰ ਮਹਿ
ਤੈਸੀ ਬਾਹਰ ਮਾਇਆ। ਇੱਕ ਅਗਨੀ ਹੈ ਜਿਹੜੀ ਤੇਰੇ ਮਾਂ ਦੇ ਕੁੱਖ ਵਿੱਚ ਹੈ, ਉਦਰ ਵਿੱਚ ਹੈ, ਮਾਂ ਦੇ ਪੇਟ ਵਿੱਚ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਤੂੰ ਇਹ ਸਮਝ ਲੈ ਕਿ ਬਾਹਰ ਮਾਇਆ ਵੀ ਇਤਨੀ ਹੀ ਭਿਆਨਕ ਅਗਨੀ ਹੈ। ਕਿਉਂ ਤੜਪਦਾ ਇਨਸਾਨ? ਤ੍ਰਿਸ਼ਨਾਵਾਂ, ਇੱਛਾਵਾਂ, ਵਿਤਕਰਿਆਂ, ਵੰਡਾਂ, ਆਪਸੀ ਮਤਭੇਦ, ਹਿਰਖ, ਈਰਖਾ, ਦ્વੈਸ਼, ਲੋਭ, ਮੋਹ ਤੜਪਾਉਂਦੇ, ਕਿੰਨਾ ਤੜਪਾਉਂਦੇ ਨੇ, ਕਿੰਨਾ ਤੜਪਦਾ ਇਨਸਾਨ। ਰਾਤੀ ਸੌਣ ਵਾਸਤੇ ਨੀਂਦ ਦੀਆਂ ਗੋਲੀਆਂ ਲੈਂਦਾ, ਹੋਰ ਨਸ਼ਿਆਂ ਦਾ ਸਹਾਰਾ ਲੈਂਦਾ, ਨੀਂਦ ਹੀ ਨਹੀਂ ਪੈਂਦੀ, ਇਤਨੀ ਅੰਦਰ ਤੜਪ ਹੈ, ਇਤਨੀ ਚਿੰਤਾ ਦੀ ਅਗਨੀ ਜਲ ਰਹੀ ਹੈ। ਇਹ ਸਭ ਮਾਇਆ ਕਰਕੇ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਏਕੋ ਜਿਹੀ। ਭਾਸ਼ਾ ਕਹਿੰਦੇ ਨੇ ਇਹ ਮਾਇਆ ਹੈ, ਅਗਨੀ ਰੂਪ ਹੈ, ਇੱਕੋ ਜਿਹੀਆਂ ਨੇ ਦੋਨੋਂ। ਅਗਨੀ ਤੇ ਮਾਇਆ ਇੱਕੋ ਹੀ ਸਮਝ ਤੂੰ। ਮਾਇਆ ਅਗਨ ਸਭ ਏਕੋ ਜਿਹੀ ਕਰਤਾ ਖੇਲ ਰਚਾਇਆ। ਇਹ ਖੇਡ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਰਚੀ ਹੈ। ਕੈਸੀ ਮਨੋਹਰ ਖੇਡ ਹੈ। ਇੱਕ ਪਾਸੇ ਮਾਇਆ ਇੰਨਾ ਜਲਾਂਦੀ, ਇੰਨਾ ਤੜਪਾਉਂਦੀ ਹੈ, ਪਰ ਦੂਜੇ ਪਾਸੇ ਇਹ ਮੋਹ ਤੜਪਾਉਂਦਾ, ਪਰ ਦੂਜੇ ਪਾਸੇ ਅਸੀਂ ਆਪ ਮੋਹ ਵਿੱਚ ਫਸਣਾ ਚਾਹੁੰਦੇ ਹਾਂ। ਜੇ ਬੱਚੇ ਦਾ ਵਿਆਹ ਨਹੀਂ ਹੁੰਦਾ ਤੇ ਮੰਗਨੇ ਆ ਵਿਆਹ ਹੋਵੇ, ਜੇ ਪਹਿਲੇ ਬੱਚਾ ਨਹੀਂ ਹੁੰਦਾ ਤੇ ਬੱਚਾ ਮੰਗਦੇ ਹਾਂ, ਫਿਰ ਪਰਿਵਾਰ ਮੰਗਦੇ ਹਾਂ, ਫਿਰ ਰੁਜ਼ਗਾਰ ਮੰਗਦੇ ਹਾਂ, ਫਿਰ ਮਹਿਲ ਮਾੜੀਆਂ ਮੰਗਦੇ ਹਾਂ, ਫਿਰ ਜਦੋਂ ਸਤਾਉਂਦੀਆਂ ਨੇ ਫਿਰ ਉਹਦੀ ਵਾਸਤੇ ਅਰਦਾਸਾਂ ਕਰਨੇ ਆ, ਪਾਤਸ਼ਾਹ ਸੁੱਖ ਵਰਤਾ, ਸ਼ਾਂਤੀ ਵਰਤਾ। ਤੇ ਮਾਇਆ ਦੀ ਖੇਡ ਹੀ ਇਹੋ ਜਿਹੀ। ਪਰ ਮਾਇਆ ਬਿਨਾਂ ਵੀ ਗੁਜ਼ਾਰਾ ਨਹੀਂ। ਤਾਂ ਹੀ ਤੇ ਪਾਤਸ਼ਾਹ ਨੇ ਸ਼ਬਦ ਵਿੱਚ ਕਿਹਾ, ਕਹਿੰਦੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ, ਮਾਨ ਮੰਗੋ ਤਾਨ ਮੰਗੋ ਧਨ ਲక్ష్ਮੀ ਸੁਧੇ। ਮੰਗ ਕੇ ਲਿਆ। ਮਾਨ ਵੀ ਚਾਹੀਦਾ ਸੰਸਾਰ 'ਚ ਰਹਿੰਦਿਆਂ, ਬਲ ਵੀ ਚਾਹੀਦਾ, ਤਾਨ ਵੀ ਚਾਹੀਦਾ। ਮਾਨ ਮੰਗੋ ਤਾਨ ਮੰਗੋ, ਧਨ ਵੀ ਚਾਹੀਦਾ, ਲక్ష్ਮੀ ਇਸਤਰੀ ਵੀ ਚਾਹੀਦੀ ਹੈ, ਸੁੱਤ ਦੇ ਪੁੱਤਰ ਧੀਆਂ ਵੀ ਚਾਹੀਦੇ ਨੇ। ਬਾਰਕ ਨਹੀਂ ਹੋ ਸਭ ਕੁਛ ਮੰਗਾ, ਸਭ ਕੁਝ ਮੰਗ ਰਿਹਾ ਮੈਂ, ਕਿਉਂਕਿ ਗੁਜਰਾਨ ਵਾਸਤੇ ਵੀ ਮਾਇਆ ਚਾਹੀਦੀ। ਸੰਸਾਰ ਦੀ ਇਹ ਜਿਹੜੀ ਰੋਟੀ ਹੈ ਇਹ ਵੀ ਤਾਂ ਤ੍ਰੈ ਗੁਣੀ ਹੈ ਨਾ। ਜਿਹੜਾ ਭੋਜਨ ਸਾਡਾ ਹੈ ਇਹ ਮਾਇਆ ਦਾ ਹੀ ਰੂਪ ਹੈ ਨਾ। ਪ੍ਰਕਿਰਤੀ ਜਿਤਨੀ ਹੈ ਸਾਰੀ ਮਾਇਆ ਰੂਪ ਹੈ। ਜਿਤਨੀ ਵੀ ਬਨਸਪਤੀ ਹੈ ਮਾਇਆ ਰੂਪ ਹੈ, ਪ੍ਰਕਿਰਤੀ ਦਾ ਰੂਪ ਹੈ। ਸੂਖਸ਼ਮ ਰੂਪ ਪ੍ਰਕਿਰਤੀ ਦਾ ਮਾਇਆ ਹੈ, ਸ਼ਕਤੀ ਹੈ। ਪਰ ਇਸ ਦੇ ਬਿਨਾਂ ਵੀ ਗੁਜ਼ਾਰਾ ਨਹੀਂ। ਪਰ ਕਹਿੰਦੇ ਇਸ ਵਿੱਚ ਖਚਤ ਨਹੀਂ ਹੋਣਾ। ਯਥਾ ਲਾਭ ਸੰਤੁਸ਼ਟ, ਬਸ ਜੋ ਮਿਲ ਗਿਆ ਸੋ ਵਾਹ। ਆਨੰਦ ਵਿੱਚ ਰਹਿਣਾ, ਆਪਣੇ ਆਨੰਦ ਨੂੰ ਡਿਸਟਰਬ ਨਹੀਂ ਹੋਣ ਦੇਣਾ। ਇਹਨੂੰ ਬੈਲੈਂਸ ਕਰਨਾ ਲਾਈਫ ਨੂੰ। ਇਹ ਖੇਡ ਮਾਲਿਕ ਦੀ ਰਚੀ ਹੋਈ ਹੈ। ਇਸ ਖੇਡ ਨੂੰ ਖੇਡਣਾ, ਛੋੜ ਕੇ ਭੱਜਣਾ ਨਹੀਂ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਉਪਰਾਮ ਰਹਿਣਾ। ਜੈਸੇ ਜਲਤੇ ਕਮਲ ਨਿਰਾਲਮ ਮੁਰਗਾਈ ਨੈਸਾਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿ ਕੇ, ਕਿਚੜ 'ਚ ਰਹਿ ਕੇ ਕਿਚੜ ਤੋਂ ਨਿਰਲੇਪ ਰਹਿੰਦਾ। ਮੁਰਗਾਬੀ ਪੰਛੀ ਡੁਬਕੀ ਲਗਾ ਕੇ ਪਾਣੀ 'ਚ ਫਿਰ ਉੱਡ ਜਾਂਦਾ, ਪੰਖ ਨਹੀਂ ਭਿੱਜਦੇ ਉਹਦੇ। ਇਸ ਤਰ੍ਹਾਂ ਤੂੰ ਸੰਸਾਰ ਵਿੱਚ ਵਰਤਦਿਆਂ, ਹਸੰਦਿਆਂ, ਖਿਡੰਦਿਆਂ, ਪਹਿਨੰਦਿਆਂ, ਖਵੰਦਿਆਂ ਵਿੱਚ ਹੋਵੇ ਮੁਕਤ। ਸੰਸਾਰ ਨੂੰ ਛੱਡ ਕੇ ਭੱਜਣਾ ਨਹੀਂ ਹੈ। ਸਵਾਮੀ ਸਮਰਥ ਰਾਮਦਾਸ ਨੂੰ ਵੀ 6ਵੇਂ ਪਾਤਸ਼ਾਹ ਨੇ ਇਹੀ ਜਵਾਬ ਦਿੱਤਾ। ਤੇ ਇੱਕ ਹੋਰ ਸੰਤ ਮਿਲਿਆ ਤੇ ਉਹਨੇ ਪੁੱਛਿਆ ਵੀ ਇਹ ਕੀ, ਪੁੱਤਰ ਕੀ ਤੇ ਵਿਰਾਗ ਕੀ, ਦੌਲਤ ਕੀ ਤੇ ਤਿਆਗ ਕੀ। ਪਾਤਸ਼ਾਹ ਨੇ ਉੱਤਰ ਦਿੱਤਾ ਸੀ, ਔਰਤ ਈਮਾਨ। ਘਰ 'ਚ ਇਸਤਰੀ ਚਾਹੀਦੀ ਹੈ, ਈਮਾਨ ਰਹਿੰਦਾ ਬੰਦੇ ਦਾ ਕਾਇਮ। ਔਰਤ ਈਮਾਨ, ਦੌਲਤ ਚਾਹੀਦੀ ਹੈ, ਗੁਜਰਾਨ, ਦੌਲਤ ਗੁਜਰਾਨ। ਪੁੱਤਰ ਚਾਹੀਦਾ, ਧੀਆਂ ਚਾਹੀਦੀਆਂ, ਪੁੱਤਰ ਨਿਸ਼ਾਨ, ਵੰਸ਼ ਚੱਲਦਾ ਅੱਗੇ। ਤੇ ਫਕੀਰ ਤੂੰ ਕਹਿੰਦਾ ਹਿੰਦੂ ਕੀ ਤੇ ਪੀਰ ਕੀ। ਫਕੀਰ ਜਿਹੜਾ ਪੀਰ ਹੋ ਗਿਆ, ਜਿਹੜਾ ਸੰਤ ਹੋ ਗਿਆ, ਉਹ ਫਿਰ ਉਹਦੀ ਕੋਈ ਮਜ਼ਹਬ ਨਹੀਂ ਰਹਿ ਜਾਂਦਾ। ਫਕੀਰ ਨਾ ਹਿੰਦੂ ਨਾ ਮੁਸਲਮਾਨ। ਪਰਮਾਤਮਾ ਦਾ ਕਿਹੜਾ ਮਜ਼ਹਬ ਹੈ? ਜੇ ਪਰਮਾਤਮਾ ਦਾ ਕੋਈ ਮਜ਼ਹਬ ਨਹੀਂ ਤੇ ਫਿਰ ਉਹਦੇ ਸੇਵਕਾਂ ਦਾ ਕਿੱਥੋਂ ਮਜ਼ਹਬ ਹੋਏਗਾ? ਵੀ ਜਿਹੜੇ ਫਕੀਰ ਨੇ, ਜਿਹੜੇ ਉੱਥੇ ਤੱਕ ਪਹੁੰਚ ਗਏ ਨੇ, ਜਿਹੜੇ ਸੰਤ ਮਹਾਂਪੁਰਸ਼ ਨੇ, ਉਹਨਾਂ ਦਾ ਫਿਰ ਕਿਹੜਾ ਮਜ਼ਹਬ ਹੋਏਗਾ? ਕੋਈ ਮਜ਼ਹਬ ਨਹੀਂ ਉਹਨਾਂ ਦਾ। ਸਭ ਮਜ਼ਹਬਾਂ ਤੋਂ ਉੱਤੇ ਉੱਠ ਜਾਂਦੇ ਨੇ।
ਗੁਰੂ ਕਲਗੀਧਰ ਪਾਤਸ਼ਾਹ ਨੇ ਜਾਪ ਸਾਹਿਬ ਵਿੱਚ ਕਿਹਾ ਹੈ ਨਾ, ਨਮਸਤੰ ਅਮਜਬੇ, ਇਹ ਵਾਹਿਗੁਰੂ ਤੇ ਨਮਸਕਾਰ ਹੈ, ਤੇਰਾ ਕੋਈ ਮਜ਼ਹਬ ਹੀ ਨਹੀਂ ਹੈ। ਤੇ ਜੇ ਕਰਤੇ ਦਾ ਮਜ਼ਹਬ ਨਹੀਂ ਤੇ ਕ੍ਰਿਤ ਦਾ ਮਜ਼ਹਬ ਕਿਵੇਂ ਹੋਏਗਾ? ਇਹ ਮਨ ਦੇ ਭੁਲੇਖੇ ਨੇ ਸਾਰੇ। ਇੱਕ ਮਾਰਗ ਹੈ, ਗੁਰਮਤ ਸਿੱਖੀ ਇੱਕ ਮਾਰਗ ਹੈ। ਕੋਈ ਗੁਰਮਤ ਦੇ ਮਾਰਗ ਤੇ ਚੱਲਦਾ ਹੈ, ਕੋਈ ਇਸਲਾਮ ਮਤ ਨੂੰ ਮੰਨਦਾ ਹੈ, ਕੋਈ ਹਿੰਦੂ ਮਤ ਨੂੰ ਮੰਨਦਾ ਹੈ, ਕੋਈ ਈਸਾਈਅਤ ਨੂੰ ਮੰਨਦਾ ਹੈ, ਕੋਈ ਬੌਧ ਮਤ ਨੂੰ ਮੰਨਦਾ ਹੈ, ਕੋਈ ਜੈਨ ਮਤ ਨੂੰ ਮੰਨਦਾ ਹੈ। ਜਿਹੜਾ ਕਿਸੇ ਦਾ ਮਾਰਗ ਮੁਬਾਰਕ ਹੈ ਉਸ। ਗੁਰਦੇਵ ਕਲਗੀਧਰ ਪਾਤਸ਼ਾਹ ਨੇ ਤੇ ਝਗੜਾ ਹੀ ਮਿਟਾ ਦਿੱਤਾ। ਦੇਵ ਹੋਰਾ ਮਸੀਤ ਸੋਈ ਪੂਜਾ ਔਰ ਨਿਮਾਜ਼ ਹੋਈ, एक ही स्वरूप सबे एक ही बनाओ। मंदिर मस्जिद झगड़े मिटा देते। देवहरा मसीत सोई पूजा और नमाज होई, मानस सबे एक पे अनेक को भरमाओ हैं। देवता अदेव जच गंधर्व तुरक हिंदू, न्यारे न्यारे देशन के भेष को प्रभाव हैं। एके नैन एके कान एके देह एके बान, खाक बाद आतिश ओ आप को रलाओ हैं। अल्लाह अभेक सोई पुरान हो कुरान होई, एक ही स्वरूप सब एक ही बनाओ। सारे ते पंजा होइयो, पंजा तत्तां तो बने ना। खाक बाद आतिश आप, सारे पंज तत्तां चों ही बने ना। पाशा कहते हैं कोई फर्क नहीं है, सिर्फ फर्क भटकन है। तो माया नूं छड्ड के भजना नहीं है। पाशा कहते करते खेल रचाया। ये अगे चल के कहते हैं जात तिस भाना तां जम्या। ਉਹਨੂੰ ਚੰਗਾ ਲੱਗਾ, ਉਹਨੇ ਭਾਣਾ ਸੀ, ਭਾਣਾ ਹੋਇਆ ਤਾਂ ਜੰਮਿਆ, ਜੋ ਤੁਧ ਭਾਵ ਹੈ। ਪਰ ਸੇ ਭਾਣਾ ਜਿਹੜਾ ਜੋੜਿਆ ਨਾ, ਉਹ ਖਿਆਲੀ ਮੌਤ ਨਾਲ ਜੋੜ ਦਿੱਤਾ। ਕਿਸੇ ਦਾ ਘਰ ਕੋਈ ਮਰ ਜਾਂਦਾ ਨਾ, ਕਹਿੰਦੇ ਜੀ ਭਾਣਾ ਵਰਤ ਗਿਆ। ਤੇ ਜੇ ਕੋਈ ਜੰਮਦਾ ਤੇ ਕੋਈ ਕਹਿ ਕੇ ਦੇਖੇ ਵੀ ਭਾਣਾ ਵਰਤ ਗਿਆ, ਤੇ ਉਸ ਵੇਲੇ ਤੇ ਤੇਵਰ ਦੇਖੋ। ਫਿਰ ਜੇ ਲਾਠੀ ਲੈ ਕੇ ਮਗਰ ਹੀ ਨਾ ਪੈ ਜਾਏ। ਮੇਰੇ ਘਰ ਪੁੱਤਰ ਜੰਮਿਆ, ਕਹਿੰਦਾ ਭਾਣਾ ਵਰਤ ਗਿਆ। ਬਈ ਬਿਨਾਂ ਭਾਣੇ ਦੇ ਪੁੱਤਰ ਜੰਮਿਆ। ਪਾਸ਼ਾ ਦੀ ਬਾਣੀ ਕਹਿ ਰਹੀ ਹੈ ਭਾਣਾ ਹੋਇਆ ਤਾਂ ਜੰਮਿਆ। ਉਹਨੂੰ ਪਾਇਆ ਤੇ ਤੇਰੇ ਘਰ ਪੁੱਤਰ ਜੰਮਿਆ, ਧੀ ਜੰਮੀ। ਭਾਣਾ ਹੋਇਆ ਤਾਂ ਜੰਮਿਆ। ਤੇ ਫਿਰ ਜੰਮ ਕੇ ਕੀ ਹੋਇਆ? ਪਰਿਵਾਰ ਭਲਾ ਭਾਇਆ। ਹੁਣ ਪਰਿਵਾਰ ਚੰਗਾ ਲੱਗਣ ਲੱਗਾ। ਪਰਿਵਾਰ ਚੰਗਾ ਲੱਗਾ, ਮਾਇਆ ਦਾ ਹੁਕਮ ਚੱਲ ਗਿਆ, ਲਿਵ ਛੁੱਟ ਗਈ। ਜਿਹੜੀ ਲਿਵ ਦੱਸੀ ਸੀ ਪਾਤਸ਼ਾਹ ਨੇ, ਲਿਵ ਜੁੜੀ ਹੋਈ ਸੀ ਤੇ ਅਗਨ ਵਿੱਚ ਆਹਾਰ ਮਿਲ ਰਿਹਾ ਸੀ। ਉਹ ਛੋਟੇ ਜਿਹੇ ਜੀਵ ਨੂੰ ਮਾਂ ਦੀ ਕੁੱਖ ਵਿੱਚ ਭੋਜਨ ਮਿਲ ਰਿਹਾ ਸੀ, ਸਵਾਸਥ ਮਿਲ ਰਹੇ ਸਨ। ਪੁੱਠਾ ਲਟਕਿਆ ਸੀ ਤਾਂ ਵੀ ਚਲੀ ਜਾ ਰਹੀ ਸੀ। ਤੇ ਹੁਣ ਉਹ ਲਿਵ ਟੁੱਟ ਗਈ ਤੇ ਮਾਇਆ ਨੇ ਪ੍ਰਭਾਵ ਪਾ ਦਿੱਤਾ। ਲਿਵ ਛੁਟਕੀ ਤੇ ਹੁਣ ਤ੍ਰਿਸ਼ਨਾ ਲੱਗ ਪਈ, ਡਿਜ਼ਾਇਰਸ। ਹੁਣ ਇਹ ਚਾਹੀਦਾ, ਹੁਣ ਇਹ ਚਾਹੀਦਾ, ਹੁਣ ਇਹ ਚਾਹੀਦਾ, ਹੁਣ ਇਹ ਚਾਹੀਦਾ। ਛੋਟੇ ਬੱਚੇ ਨੂੰ ਹੋਰ ਕੋਈ ਸਮਝ ਨਹੀਂ। ਪਰਿਵਾਰ ਵਾਲੇ ਜ਼ਰਾ ਉਹ ਲਿਆਉਣ ਤੇ ਰੋਣ ਲੱਗ ਪੈਂਦਾ। ਹੁਣ ਪਰਿਵਾਰ ਚੰਗਾ ਲੱਗਦਾ, ਮਾਂ ਕੋਲ ਹੋਵੇ, ਪਿਓ ਕੋਲ ਹੋਵੇ, ਭੈਣਾਂ ਕੋਲ ਹੋਣ, ਕੋਈ ਸਿਰ ਤੇ ਥਾਪੀ ਦੇਣ ਵਾਲਾ ਕੋਲ ਹੋਵੇ, ਇਕੱਲਾ ਹੋਵੇ ਤੇ ਰੋਣ ਹੀ ਪਿਆ ਜਾਂਦਾ ਬੱਚਾ। ਉਹਨੂੰ ਅਜੇ ਸਮਝ ਨਹੀਂ, ਬਟ ਮਾਇਆ ਦਾ ਪ੍ਰਭਾਵ ਤੇ ਉੱਤੇ ਪੈ ਗਿਆ ਨਾ। ਹੁਣ ਪਰਿਵਾਰ ਚੰਗਾ ਲੱਗਦਾ, ਉਹਦੇ ਬਿਨਾਂ ਇਕੱਲਾਪਨ ਸਤਾਉਂਦਾ। ਕੁੱਖ 'ਚ ਨਹੀਂ ਸੀ ਰੋਂਦਾ, ਹੁਣ ਰੋਂਦਾ। ਉਹ ਕੁੱਖ 'ਚ ਪਰਮਾਤਮਾ ਨੂੰ ਯਾਦ ਰੱਖਦਾ ਸੀ, ਹੁਣ ਬਾਹਰ ਸੰਸਾਰ ਨੂੰ ਯਾਦ ਕਰਦਾ। ਹੁਣ ਇਹ ਜਿਹੜਾ ਸੰਸਾਰ ਹੈ, ਇਹ ਦ੍ਰਿੜ ਹੋਣਾ ਸ਼ੁਰੂ ਹੋ ਜਾਂਦਾ ਹੈ। ਤ੍ਰਿਸ਼ਨਾ ਵਧਣੀ ਸ਼ੁਰੂ ਹੋ ਜਾਂਦੀ ਹੈ ਸੰਸਾਰ ਦੀ। ਪਰਮੇਸ਼ਰ ਵੱਲੋਂ ਧਿਆਨ ਹਟਣਾ ਸ਼ੁਰੂ ਹੋ ਜਾਂਦਾ ਹੈ। ਮੇਰੇ ਪਾਤਸ਼ਾਹ ਦੱਸ ਰਹੇ ਨੇ, ਜਾਤ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਮਰ ਕਹਿੰਦੇ ਹੁਕਮ ਨੂੰ, ਉਹ ਮਾਇਆ ਦਾ ਹੁਕਮ ਚੱਲ ਪਿਆ। ਹੁਣ ਇਹ ਮਾਇਆ ਜਿੱਤ ਹਰ ਵਿਸਰੇ। ਹੁਣ ਮਾਇਆ ਦਾ ਸਭ ਤੋਂ ਵੱਡਾ ਕਸ਼ਟ ਕੀ ਹੋਇਆ ਕਿ ਪਰਮਾਤਮਾ ਵਿਸਰ ਜਾਂਦਾ। ਇਹ ਜਗ ਮਿੱਠਾ ਉਹ ਕਿਸ ਡਿੱਠਾ। ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ। ਸੰਸਾਰ 'ਚ ਮੋਹ ਪੈ ਗਿਆ, ਮੋਹ ਦੇ ਬੰਧਨ ਪੈ ਗਏ, ਅਗਿਆਨ ਦੇ ਬੰਧਨ ਪੈ ਗਏ, ਮੋਹ ਉਪਜੇ। ਭਾਵ ਦੂਜਾ ਲਾਇਆ, ਹੁਣ ਦੂਜੇ ਪਾਸੇ ਧਿਆਨ ਹੋ ਗਿਆ। ਦੂਜੇ ਪਾਸੇ ਭਾਵ ਸੰਸਾਰ ਵੱਲ ਧਿਆਨ ਹੋ ਗਿਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਪਰ ਜੇ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਲਿਵ ਲੱਗ ਗਈ, ਸੰਸਾਰ 'ਚ ਰਹਿ ਕੇ ਵੀ ਲਿਵ ਲੱਗ ਗਈ, ਉਹਨਾਂ ਨੇ ਫਿਰ ਮਾਇਆ ਦੇ ਵਿੱਚ ਹੀ ਮਾਇਆਪਤੀ ਨੂੰ ਪਾ ਲਿਆ। ਮਾਇਆ ਉਸੇ ਦਾ ਹੀ ਰੂਪ ਹੈ ਨਾ, ਉਸੇ ਦੀ ਸਾਜੀ ਹੋਈ ਮਾਇਆ ਹੈ ਨਾ। ਐਡੀ ਮਾੜੀ ਚੀਜ਼ ਮਾਇਆ ਨਹੀਂ ਹੈ। ਮਾਇਆ ਵਿੱਚ ਰਹਿ ਕੇ ਗੁਰਮੁਖ ਮਾਇਆ ਵਿੱਚ ਉਦਾਸੀ। ਫਿਰ ਜਿਨ੍ਹਾਂ ਤੇ ਗੁਰੂ ਪ੍ਰਸਾਦੀ,
ਗੁਰੂ ਦੀ ਕਿਰਪਾ ਦੁਆਰਾ, ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਹੋਈ, ਤੀਜੇ ਨਾਨਕ ਕਹਿ ਰਹੇ ਨੇ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਜਿਨ੍ਹਾਂ ਦੀ ਲਿਵ ਜੁੜ ਗਈ, ਤਿਨੀ ਵਿੱਚੇ ਮਾਇਆ ਪਾਇਆ। ਮਾਇਆ ਦੇ ਵਿਚਕਾਰ ਵਿਚਰਦੇ ਹੋਏ ਵੀ ਮਾਇਆ ਤੋਂ ਉਪਰਾਮ ਰਹਿੰਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਇਸੇ ਪੌੜੀ, ਅਗਲੀ ਪੌੜੀ ਵਿੱਚ ਉਸੇ ਗੁਰੂ ਪਰਮ ਪਰਮੇਸ਼ਵਰ ਦੀ ਵਡਿਆਈ ਦਾ ਜ਼ਿਕਰ ਕਰਦੇ ਪਾਤਸ਼ਾਹ ਕਹਿੰਦੇ ਨੇ, ਹਰ ਆਪ ਅਮੁੱਲਕ ਹੈ। ਦੁਨੀਆ ਵਿੱਚ ਸਭ ਤੋਂ ਕੀਮਤੀ ਚੀਜ਼ ਜੋ ਹੈ ਉਹ ਪ੍ਰਭੂ ਪਰਮੇਸ਼ਰ ਪਾਰਬ੍ਰਹਮ ਦਾ ਨਾਮ ਹੈ। ਨਾਮ ਵਿੱਚ ਨਾਮੀ ਅਭੇਦ ਹੈ। ਹਰ ਆਪ ਅਮੁੱਲਕ ਹੈ, ਸਭ ਤੋਂ ਕੀਮਤੀ ਹੈ, ਜਿਹਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ, ਅਮੁੱਲਕ ਹੈ। ਮੁੱਲ ਨਾ ਪਾਇਆ ਜਾਏ, ਕੋਈ ਦਾ ਮੁੱਲ ਪਾ ਨਹੀਂ ਸਕਦਾ। ਮੁੱਲ ਨਾ ਪਾਇਆ ਜਾਏ, ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਕੋਈ ਵੀ ਜਿਤਨਾ ਮਰਜ਼ੀ ਯਤਨ ਕਰ ਰਹੇ ਕਿ ਨਾਮ, ਭਗਤ ਕਬੀਰ ਜੀ ਕਹਿੰਦੇ ਨਾ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਮਨ ਦੇ ਵੱਟੇ ਮਿਲਦਾ ਹੈ, ਇੱਥੇ ਮਨ ਦੇ ਵੱਟੇ ਮਿਲਦਾ ਹੈ। ਮੈਂ ਸੌਂਪ ਦੇ, ਤੂੰ ਤੇਰਾ ਹੋ ਗਿਆ। ਐਸਾ ਸਤਿਗੁਰ ਜੇ ਮਿਲੇ, ਪਰ ਇਹ ਰਾਹ ਦਿਖਾਉਂਦਾ ਕੌਣ ਹੈ? ਸਤਿਗੁਰ ਦਿਖਾਉਂਦਾ। ਤਿਸਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ। ਇਹ ਆਪਾ ਭਾਵ ਸੌਖਾ ਨਹੀਂ ਜਾਂਦਾ, ਕੋਈ ਸਤਿਗੁਰੂ ਹੀ ਕਿਰਪਾ ਕਰੇ। ਇੱਕ ਬੜੀ ਮਨੋਹਰ ਕਥਾ ਆਉਂਦੀ ਹੈ ਗੁਰੂ ਇਤਿਹਾਸ ਵਿੱਚ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਪਾਉਂਟਾ ਸਾਹਿਬ ਦੇ ਸਥਾਨ 'ਤੇ ਕੁਝ ਚਿਰ ਨਿਵਾਸ ਕਰਦੇ ਸਨ। ਉੱਥੋਂ ਨੇੜਿਓਂ ਹੀ ਸਧੋਰਾ ਪਿੰਡ, ਉੱਥੇ ਮਹਾਨ ਤਪਸਵੀ ਸੰਤ ਰਹਿੰਦੇ ਸਨ, ਪੀਰ ਬੁੱਧੂ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਬੱਚੇ, ਆਪਣੇ ਮੁਰੀਦ ਗੁਰੂ ਪਾਤਸ਼ਾਹ ਜੀ ਦੀ ਸੇਵਾ ਵਿੱਚ ਜ਼ੁਲਮ ਦੇ ਖਿਲਾਫ ਜੰਗਾਂ ਵਿੱਚ ਲੜਦੇ ਹੋਏ ਸ਼ਹੀਦ ਕਰਾਏ। ਉਹ ਪੀਰ ਬੁੱਧੂ ਸਾਹਿਬ ਬੜੀ ਮਾਨਤਾ ਸੀ, ਔਰ ਸ਼ਕਤੀਆਂ ਵੀ ਬੜੀਆਂ ਸਨ, ਰਿੱਧੀਆਂ ਸਿੱਧੀਆਂ ਸਨ, ਬੜਾ ਪ੍ਰਭਤਾ ਸੀ, ਚੇਲੇ ਵੀ ਬੜੇ ਸਨ। ਪਤਾ ਲੱਗਾ ਨਾਨਕ ਦੀ 10ਵੀਂ ਜੋਤ ਅੱਜ ਆਈ ਹੈ, ਭਾਗ ਲਾ ਰਹੀ ਹੈ ਪਾਉਂਟਾ ਸਾਹਿਬ ਦੀ ਧਰਤੀ ਤੋਂ। ਤੇ ਇਹਨਾਂ ਦੇ ਮਨ ਵਿੱਚ ਆਇਆ ਕਿਉਂ ਨਾ ਚੱਲ ਕੇ ਦਰਸ਼ਨ ਕਰੀਏ। ਸੰਸਾਰ ਤੇ ਮੈਨੂੰ ਮੰਨਦਾ ਹੈ ਵੀ ਮੇਰੇ ਪਾਸ ਬੜੀ ਚਮਤਕਾਰੀ ਸ਼ਕਤੀਆਂ ਨੇ, ਪਰ ਅੰਦਰ ਗਤੇ ਤੇ ਪਤਾ ਹੈ ਨਾ ਬਈ ਤਤਵ ਗਿਆਨ ਤੇ ਨਹੀਂ ਮਿਲਿਆ ਅਜੇ। ਜਿਸ ਤਤਵ ਗਿਆਨ ਦੀ ਅਸੀਂ ਪਿੱਛੇ ਗੱਲ ਕਰ ਰਹੇ ਹਾਂ, ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੇ ਸਾਰ ਨਾ ਜਾਣੀ, ਤਤ ਨਹੀਂ ਮਿਲਿਆ ਅਜੇ। ਕੁਝ ਸ਼ਕਤੀਆਂ ਮਿਲ ਗਈਆਂ ਨੇ, ਤਤ ਗਿਆਨ ਨਹੀਂ ਮਿਲਿਆ ਅਜੇ। ਸ਼ਕਤੀਆਂ ਤੇ ਬਾਬਾ ਬੁੱਲੇ ਸ਼ਾਹ ਸਭ ਕੋਲ ਬੜੀਆਂ ਸਨ। ਪੇਟ ਵਾਲਾ ਕੀਤੀ, ਭੁੱਖ ਲੱਗੀ ਸੀ, ਫਲ ਥੱਲੇ ਡਿੱਗਣੇ ਸ਼ੁਰੂ ਹੋ ਗਏ। ਸ਼ਕਤੀਆਂ ਸਨ, ਪਰ ਅੰਦਰ ਪਤਾ ਸੀ ਕਿ ਤੱਤਵ ਨਹੀਂ ਮਿਲਿਆ। ਤੇ ਚੱਲ ਕੇ ਸ਼ਾਹ ਇਨਾਇਤ ਜੀ ਕੋਲ ਆਏ ਤੇ ਗਿਆਨ ਪ੍ਰਾਪਤ ਕੀਤਾ। ਪੀਰ ਬੁੱਧੂ ਸਾਹਿਬ ਵੀ ਆਏ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ, ਨਾਲ ਮਗਰ 30-40 ਸੇਵਕ ਵੀ ਸਨ, ਚੇਲੇ ਵੀ ਸਨ। ਗੁਰੂ ਦਾ ਦਰਬਾਰ ਸਜਿਆ ਸੀ। ਬੈਠੇ ਕੀਰਤਨ ਸੁਣਿਆ, ਕਥਾ ਸਤਸੰਗ ਹੋਇਆ। ਉਸ ਤੋਂ ਬਾਅਦ ਵਿਚਾਰ ਚਰਚਾ ਸ਼ੁਰੂ ਹੋਈ ਤੇ ਭਾਈ ਬੁੱਧੂ ਸਾਹਿਬ ਨੂੰ ਕੋਲ ਬਿਠਾਇਆ ਗੁਰਦੇਵ ਨੇ। ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਦਰਸ਼ਨ ਕਰਨ ਆਏ ਨਾ, ਨਾਲ ਹੀ ਹੰਕਾਰ ਆ ਗਿਆ ਕਿ ਜੇ ਮੈਂ ਮੱਥਾ ਟੇਕਿਆ ਤੇ ਮੇਰੇ ਚੇਲੇ ਕਹਿਣਗੇ ਇਹ ਤੋਂ ਵੀ ਵੱਡਾ ਕੋਈ ਗੁਰੂ ਹੈ, ਤੇ ਫਿਰ ਉਹਦੇ ਮਗਰ ਨਾ ਲੱਗ ਜਾਣ। ਕਹਿੰਦੇ ਨੇ ਉਹਨਾਂ ਆਪਣਾ ਦਸਤ ਪੰਜਾ ਅੱਗੇ ਵਧਾਇਆ। ਦਸਤ ਪੰਜਾ ਮਤਲਬ ਸ਼ੇਕ ਹੈਂਡ ਜਿਹਨੂੰ ਅਸੀਂ ਅੱਜ ਕਹਿੰਦੇ, ਹੱਥ ਦਾ ਪੰਜਾ, ਦਸਤ ਪੰਜਾ, ਦਸਤ ਭਾਵੇਂ ਹੱਥ, ਪੰਜਾ, ਦਸਤ ਪੰਜਾ ਅੱਗੇ ਕੀਤਾ। ਗੁਰੂ ਸਾਹਿਬ ਨੇ ਵੀ ਹੋਲਾ ਜਿਹਾ ਉਂਗਲੀਆਂ ਪਕੜ ਕੇ ਨਾਲ ਬਿਠਾ ਲਿਆ। ਵਿਚਾਰ ਸ਼ੁਰੂ ਹੋਈ ਤੇ ਪੀਰ ਬੁੱਧੂ ਸਾਹਿਬ ਨੇ ਉਹੀਓ ਸਵਾਲ ਜੋ ਅਧਿਆਤਮ ਦਾ ਮੁੱਖ ਸਵਾਲ ਹੈ, ਔਰ ਇੱਕ ਹੀ ਸਵਾਲ ਹੈ, ਕਿਵ ਸਚਿਆਰਾ ਹੋਈ, ਕਿਵੇਂ ਸੱਚ ਦਾ ਘਰ ਹੋ ਜਾਈਏ, ਪਰਮਾਤਮਾ ਦੇ ਦਰਸ਼ਨ ਹੋ ਜਾਣ। ਸਵਾਲ ਰੱਖਿਆ ਕਿ ਜੀਵ ਤੇ ਬ੍ਰਹਮ ਦਾ ਮਿਲਾਪ ਕਿਵੇਂ ਹੋਵੇ। ਭਾਵ ਇਹ ਜੋ ਜੀਵ ਹੈ, ਸਾਡਾ ਹੋਂਦ ਜਿਹੜੀ ਹੈ, ਇਹ ਆਪਣੇ ਸਿਰਜਣਹਾਰ ਨਾਲ ਕਿਵੇਂ ਮਿਲਾਪ ਹੋਵੇ। ਤੇ ਗੁਰੂ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ, ਪੀਰ ਜੀ ਜਿਵੇਂ ਰਾਤ ਤੇ ਦਿਨ ਦਾ ਮਿਲਾਪ ਹੁੰਦਾ। ਪੀਰ ਜੀ ਸੋਚੀ ਪੈ ਗਏ।
ਕਹਿਣ ਲੱਗੇ ਮਹਾਰਾਜ ਉਹ ਤੇ ਹੋ ਹੀ ਨਹੀਂ ਸਕਦਾ, ਰਾਤ ਤੇ ਦਿਨ ਤੇ ਨਹੀਂ ਮਿਲ ਸਕਦੇ। ਪਾਤਸ਼ਾਹ ਕਿਹਾ ਵਾਹ ਬਈ ਤੁਸੀਂ ਪਕੜ ਲਈ ਗੱਲ, ਸਮਝ ਗਏ ਤੁਸੀਂ। ਹੁਣ ਚੇਲੇ ਬੜੇ ਖੁਸ਼ ਹੋਏ ਵੀ ਸਾਡੇ ਗੁਰੂ ਨੇ ਤੇ 1 ਮਿੰਟ 'ਚ ਹੀ ਗੱਲ ਫੜ ਲਈ। ਤੇ ਪੀਰ ਬੁੱਧੂ ਸਾਹਿਬ ਚਕਰਾ ਗਏ, ਕਹਿਣ ਲੱਗੇ ਸਮਝ ਤੇ ਮੇਰੀ ਆਈ ਕੁਝ ਨਹੀਂ, ਤੇ ਜੇ ਮੈਂ ਹੁਣ ਸਵਾਲ ਦੁਬਾਰਾ ਕੀਤਾ ਤੇ ਸੇਵਕ ਕਹਿਣਗੇ ਵੀ ਸਾਡੇ ਗੁਰੂ ਨੂੰ ਤਾਂ ਸਮਝ ਹੀ ਨਹੀਂ ਆਈ। ਕੁਝ ਚਿਰ ਪਿਆ ਪਰ ਅੰਦਰ ਸਵਾਲ ਫਿਰ ਗੂੰਜਿਆ, ਫਿਰ ਉੱਠੇ। ਕਹਿਣ ਲੱਗੇ ਪਾਤਸ਼ਾਹ ਪੁੱਛਿਆ ਸੀ ਰਾਤ ਤੇ ਦਿਨ ਦਾ ਮਿਲਾਪ ਕਿਵੇਂ ਹੋਵੇ। ਪਾਤਸ਼ਾਹ ਕਹਿਣ ਲੱਗੇ ਵੀ ਉਹ ਤੇ ਹੋ ਨਹੀਂ, ਜਿਵੇਂ ਜੀਵ ਤੇ ਬ੍ਰਹਮ ਦਾ ਮਿਲਾਪ ਕਿਵੇਂ ਹੋਵੇ। ਤੇ ਪਾਤਸ਼ਾਹ ਕਹਿੰਦੇ ਨੇ ਉਹ ਜਿਵੇਂ ਰਾਤ ਤੇ ਦਿਨ ਦਾ ਹੁੰਦਾ। ਪੀਰ ਜੀ ਕਹਿਣ ਲੱਗੇ ਉਹ ਤੇ ਹੋ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਨੇ ਠੀਕ ਸਮਝ ਲਿਆ ਤੁਸੀਂ। ਹੁਣ 2-3 ਵਾਰੀ ਇਹੀ ਉਹ ਗੱਲ ਰਿਪੀਟ ਹੋਈ ਤੇ ਚੇਲੇ ਖੁਸ਼ ਹੋਣ ਬਈ ਸਾਡਾ ਪੀਰ ਤੇ ਪਹੁੰਚਿਆ, ਪੀਰ ਹੈ ਵੀ ਇਹਨੇ ਤੇ ਜਵਾਬ ਲੱਭ ਲਿਆ। ਤੇ ਪੀਰ ਜੀ ਨੂੰ ਅੰਦਰੋਂ ਪਤਾ ਸੀ ਕਿ ਲੱਭਿਆ ਤੇ ਕੁਝ ਵੀ ਨਹੀਂ, ਮੈਨੂੰ ਸਮਝ ਤੇ ਆਇਆ ਹੀ ਨਹੀਂ। ਅਖੀਰ ਜਿਸਲੇ ਫਿਰ ਸਵਾਲ ਉਠਾਇਆ ਨਾ, ਪਾਤਸ਼ਾਹ ਕਹਿਣ ਲੱਗੇ ਪੀਰ ਜੀ ਘੁੰਡ ਵੀ ਰੱਖਦੇ ਹੋ ਤੇ ਸਵਾਲ ਵੀ ਕਰਦੇ ਹੋ। ਭਾਵ ਕੀ ਸੀ ਕਿ ਆਪਣਾ ਹੰਕਾਰ ਤੇ ਛੋੜੋ, ਪਹਿਲੇ ਹੱਥ 'ਚ ਸੋਨੇ ਦੀ ਸੋਟੀ, ਗਲ ਵਿੱਚ ਉੱਤੇ ਚੋਲਾ ਉੱਤੇ ਪਾ ਕੇ ਨਾ, ਜਿਵੇਂ ਮੁਸਲਿਮ ਫਕੀਰ ਪਾਉਂਦੇ ਵੱਡਾ ਚੋਗਾ ਜਿਹਾ ਉੱਤੇ ਪਾਉਂਦੇ ਸਨ, ਗਲ ਵਿੱਚ ਚੋਗਾ ਪਾਇਆ, ਨਾਲ ਚੇਲੇ ਬੈਠੇ ਨੇ, ਬਰਾਬਰ ਤੇ ਆ ਕੇ ਬਹਿ ਗਏ ਹੋ। ਇਹ ਘੁੰਡ ਹੰਕਾਰ ਦਾ ਘੁੰਡ ਚੁੱਕੋਗੇ ਤੇ ਗੱਲ ਹੋਏਗੀ ਨਾ। ਪੀਰ ਜੀ ਸਮਝ ਗਏ। ਚੋਲ ਕਹਿਣ ਲੱਗੇ ਚੇਲੇ ਜਾਂਦੇ ਤੇ ਜਾਣ, ਅੱਜ ਇਹ ਮੌਕਾ ਨਹੀਂ ਚੁੱਕਣਾ। ਕਿਤੇ ਸੰਸਾਰ ਤੋਂ ਇੰਜੇ ਹੀ ਬਿਨਾਂ ਗਿਆਨ ਦੇ ਹੀ ਚਲਾ ਗਿਆ ਤੇ ਫਿਰ ਕੀ ਲਾਭ ਹੈ। ਚੋਲਾ ਲਾ ਕੇ ਪਰੇ ਸੁੱਟਿਆ, ਸੋਟੀ ਪਰੇ ਸੁੱਟੀ, ਕਦਮਾਂ ਤੇ ਆ ਕੇ ਸਿਰ ਝੁਕਾ ਦਿੱਤਾ। ਗੁਰੂ ਪਾਤਸ਼ਾਹ ਨੇ ਕਿਹਾ ਪੁੱਛੋ ਪੀਰ ਜੀ ਕੀ ਸਵਾਲ ਹੈ। ਪਾਤਸ਼ਾਹ ਜੀਵ ਤੇ ਮਿਲਾਪ ਦਾ, ਜੀਵ ਤੇ ਬ੍ਰਹਮ ਦਾ ਮਿਲਾਪ ਕਿਵੇਂ ਹੋਵੇ। ਪਾਤਸ਼ਾਹ ਕਹਿਣ ਲੱਗੇ ਜਿਵੇਂ ਰਾਤ ਤੇ ਦਿਨ ਨਹੀਂ ਮਿਲ ਸਕਦੇ, ਇਸ ਤਰ੍ਹਾਂ ਜੀਵ ਤੇ ਬ੍ਰਹਮ ਵੀ ਨਹੀਂ ਮਿਲ ਸਕਦੇ। ਭਾਵ ਜਦ ਤੱਕ ਜੀਵ ਹੈ ਤੇ ਉਸੇ ਰਾਮ ਦੀ ਅੰਸ਼, ਬਸ ਜਦ ਤੱਕ ਇਹ ਭਾਵ ਤਿਆਗੇਗਾ ਨਹੀਂ, ਇਹ ਦੂਜਾ ਭਾਵ ਕਿ ਮੈਂ ਵੱਖ ਹਾਂ ਤੇ ਮੇਰਾ ਕਰਤਾ ਵੱਖ ਹੈ, ਮਿਲਾਪ ਨਹੀਂ ਹੋ ਸਕਦਾ। ਤੂ ਕਰਤਾ ਤੂ हुआ, मुझ में रहा न हूँ, जब आपा पर का मिट गया, जत देखा तत तू। बस इतनी जी गल है। जब हम होते तब तू नहीं, अब तू ही मैं नहीं। मैं त्यागी तू प्रगट। बस पीर जी ने मत्था टेक दिता, गदगद हो गए। प्यारी साध संगत, अहंकार छोड़ना ही पैंदा है। बाल्टी नलके के थले रखांगे तो पानी आएगा, जे बाल्टी वाल करके खड़ी रहे कि मैं नलके के थले क्यों जावां, तो पानी नहीं मिल सकता। प्यार नाल आखो सतनाम। जे कुछ लेना है तो कुछ त्यागना पेगा, जे ब्रह्म नूं पाना है तो पातशाह दा बाणी दा शब्द कहंदा ना, आप गवाइए तां शौ पाइए, आप गवाइए ਤਾਂ ਸ਼ੋ ਪਾਈਏ। ਪਾਤਸ਼ਾਹ ਕਹਿੰਦੇ ਨੇ ਇਹ ਸਤਿਗੁਰੂ ਗਿਆਨ ਦਿੰਦਾ ਹੈ। ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ। ਭਾਵ ਆਪਣੇ ਅਹੰਕਾਰ ਦਾ ਸਿਰ ਗੁਰੂ ਨੂੰ ਸੌਂਪ ਦਿਓ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਜਿਸ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਆਪਾ ਭਾਵ ਆਪਣੇ ਹੰਕਾਰ ਭਾਵ ਮਿਟ ਜਾਏ। ਜਿਸ ਦਾ ਜੀਓ, ਜਿਸ ਦੀ ਰਚਨਾ ਹੈ ਉਸੇ ਨਾਲ ਮਿਲ ਰਹੇ, ਜਿਸ ਦਾ ਜੀਓ ਤਿਸ ਮਿਲ ਰਹੇ। ਆਪਣੀ ਵੱਖਰੀ ਹੋਂਦ ਬਣਾ ਕੇ ਨਾ ਬੈਠੇ ਕਿ ਬੂੰਦ ਸਾਗਰ ਦਾ ਅੰਸ਼ ਹੈ, ਸਾਗਰ 'ਚ ਮਿਲ ਗਈ, ਸਾਗਰ ਹੋ ਗਈ, ਦੈਟਸ ਇਟ। ਜੇ ਵੱਖਰੀ ਹੋਂਦ ਬਣਾ ਕੇ ਬੈਠੇਗੀ ਤਾਂ ਮਿਲਾਪ ਕਦੀ ਨਹੀਂ ਹੋਏਗਾ। ਸਾਗਰ ਵਿੱਚ ਲੀਨ ਹੋ ਕੇ ਹੀ ਸਾਗਰ ਨਾਲ ਮਿਲਾਪ ਹੋਏਗਾ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ। ਤੇ ਫਿਰ ਉਹ ਹਰੀ ਮਨ 'ਚ ਆ ਕੇ ਵਸ ਜਾਂਦਾ ਹੈ। हर आप अमूल्यक है, बहुत कीमती है, बेशकीमती है। हर आप अमूल्यक है, मुल ना पाया जाए। हर आप अमूल्यक है, भाग तिना के नानका, जिन हर पल्ले पाए। तो उन्होंने दे वड्डे भाग हैं भई जो गुरु द्वारा इस तत्व ਨੂੰ ਪਾ ਲੈਂਦੇ ਹਨ। ਆਪਣਾ ਆਪਾ ਗੁਰੂ ਨੂੰ ਸੌਂਪ ਕੇ ਉਸ ਪਰਿਪੂਰਨ ਪਰਮਾਤਮਾ ਦੀ ਲਈ ਹੋਂਦ ਵਿੱਚ
ਆਪਣੇ ਆਪ ਨੂੰ ਲੀਨ ਕਰ ਲੈਂਦੇ ਹਨ, ਤਤਵ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਹਨ, ਉਸ ਵਿੱਚ ਏਕਤਾ ਪਾ ਲੈਂਦੇ ਹਨ। ਅੱਜ ਇਤਨੀ ਸੇਵਾ ਪ੍ਰਵਾਨ ਕਰਨੀ। ਬੁਲਾਓ ਅਸੀਸ ਰੂਪੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।